ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ रविदास जी के पदे गौड़ी ग्वारेरी। एक ओंकार सतनाम करता पुरख गुर प्रसाद। मेरी संगत पोच सोच दिन राती। मेरा कर्म कुटुलता जन्म को भांति। मेरी संगत पोच सोच दिन राती। मेरा कर्म कुटुलता जन्म को भांति। राम गोसैया जी के जीवना मोहे ना बिसारो। मैं जन तेरा रहाओ। मेरी हरो बिपत जन करो सो पाई। चरण ना छाडूं शरीर कल जाई। कहो रविदास परूं तेरी साबा। बेग मिलो जन करना बिलंबा। बेगमपुरा शहर को नाओ। दुख अंदो नहीं तेह ठाओ। ना तसवीस खराज न माल। खौफ न खता न तरस जबाल। अब मोहे खूब वतन गह पाई। ऊहा खैर सदा मेरे पाई रहाओ। कायम दायम सदा पातशाही। दोम ना सेम एक सो आही। आबादान सदा मशहूर। ऊहा गनी बसह मामूर। त्यों त्यों सैल करह ज्यों पावै। महरम महल ना को अटकावै। कह रविदास खलास चमारा। जो हम शहरी सो मीत हमारा। कह रविदास खलास चमारा। जो हम शहरी सो मीत हमारा। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए कागर। करिए रसना पवित्र ते बोलीए सारे। वाहिगुरु जी का खालसा वाहिगुरु जी की फतेह। गुरमुख प्यारिओ, ਜਿਹੜੇ ਹੁਣੇ ਆਪਾਂ ਦੋ ਪਵਿੱਤਰ ਸ਼ਬਦ ਸਰਵਣ ਕੀਤੇ ਆ, ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 345 ਅੰਗ ਦੇ ਉੱਪਰ ਸੁਸ਼ੋਭਿਤ ਹਨ। ਮਾਫ ਕਰਨਾ, 345 ਅੰਗ ਦੇ ਉੱਪਰ ਇਹ ਦੋ ਸ਼ਬਦ ਸੁਭਾਈਮਾਨ ਹਨ ਅਤੇ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਫਰਮਾਨ ਕੀਤੇ ਹੋਏ ਹਨ। ਆਓ ਮਨਾਂ ਦੀਆਂ ਬਿਰਤੀਆਂ ਨੂੰ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਅੱਜ ਦੀ ਸਤਸੰਗ ਦੀ ਕਲਾਸ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਭਗਤ ਰਵਿਦਾਸ ਜੀ ਦੇ ਰਾਹੀਂ ਆਪਾਂ ਨੂੰ ਅਮੋਲਕ ਗਿਆਨ ਬਖਸ਼ਿਸ਼ ਕਰਨਗੇ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ। 31 ਰਾਗਾਂ ਦੇ ਵਿੱਚੋਂ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਹਨ। ਭਗਤ ਰਵਿਦਾਸ ਜੀ ਕੇ ਇਹ ਫਰਮਾਨ ਕੀਤੇ ਹਨ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਗਤਾਂ ਨੂੰ ਮਾਣ ਬਖਸ਼ਿਸ਼ ਕਰਦੇ ਹੋਏ ਲਿਖਦੇ ਹਨ, ਭਗਤ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੇਰੀ। ਅੱਗੋਂ ਗੌੜੀ ਦੀ ਕਿਸਮ ਗੁਆਰੇਰੀ ਹੈ। ਇੱਕ ਓੰਕਾਰ ਸਤਨਾਮ। ਸਭ ਤੋਂ ਪਹਿਲਾਂ ਭਾਈ ਸ਼ਬਦ ਸਮਝਣ ਤੋਂ ਪਹਿਲਾਂ ਉਹ ਪਰਮਾਤਮਾ ਬਾਰੇ ਜਾਣਨਾ ਜ਼ਰੂਰੀ ਹੈ, ਜੋ ਇੱਕ ਓੰਕਾਰ ਹੈ, ਇੱਕ ਰਸ ਵਿਆਪਕ ਹੈ, ਅੰਦਰ ਬਾਹਰ ਸਾਰੇ ਹੈ। ਸਤਨਾਮ ਉਹਦਾ ਨਾਮ ਸੱਚਾ ਹੈ, ਸੱਤਿਆ ਵਾਲਾ ਹੈ, ਤਾਕਤ ਵਾਲਾ ਹੈ। ਕਰਤਾ ਪੁਰਖ ਉਹ ਪਰਮਾਤਮਾ ਵਾਹਿਗੁਰੂ ਪੁਰਖ ਹੈ, ਕਰਤਾ ਹੈ, ਸਭ ਨੂੰ ਬਣਾਉਣ ਵਾਲਾ ਹੈ। ਏਕਾ ਪੁਰਖ ਸੁਬਾਈ ਨਾਰ। ਅਸੀਂ ਸਾਰੀਆਂ ਉਹ ਪਰਮਾਤਮਾ ਦੀਆਂ ਜੀਵ ਇਸਤਰੀਆਂ ਹਾਂ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ ਅਸੀਂ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਭਗਤ ਰਵਿਦਾਸ ਜੀ ਸਮਝਾ ਰਹੇ ਹਨ ਕਿ ਮੇਰੀ ਸੰਗਤ ਪੋਚ, ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਜੋ ਸੁਪਰੀਮ ਪਾਵਰ ਹੈ, ਉਹਦੇ ਬਿਲਕੁਲ ਸਾਹਮਣੇ ਆਪਣੇ ਆਪ ਨੂੰ ਮਹਿਸੂਸ ਕਰਨਾ। ਸਾਡੇ ਵਾਸਤੇ, ਸਿੱਖਾਂ ਦੇ ਵਾਸਤੇ ਗੁਰ ਪਰਮੇਸ਼ਰ ਏਕੋ ਜਾਣ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਡਿੱਗ ਪੈਣਾ, ਇਹ ਗੱਲ ਮੰਨਣੀ ਕਿ ਮੇਰੀ ਸੰਗਤ ਪੋਚ। ਕਿਉਂਕਿ ਭਗਤ ਕਬੀਰ ਜੀ ਨੇ ਵੀ ਸਮਝਾਇਆ, ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਹੜਾ ਮਨ, ਜਿਹੜਾ ਮਨੁੱਖ, ਜਿਹੜਾ ਬੱਚਾ ਜਿਹੋ ਜਿਹੀ ਸੰਗਤ ਕਰਦਾ, ਉਹੋ ਜਿਹਾ ਉਹਦੇ 'ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ। ਬੱਚਿਆਂ 'ਤੇ ਜ਼ਿਆਦਾ ਪੈਂਦਾ। ਜੇ ਝੂਠ ਦੀ ਸੰਗਤ ਕਰਦੇ ਆ ਤਾਂ ਝੂਠੇ ਬਣ ਜਾਂਦੇ ਆ, ਜੇ ਸੱਚ ਦੀ ਸੰਗਤ ਕਰਦੇ ਆ ਤਾਂ ਸੱਚੇ ਬਣ ਜਾਂਦੇ ਆ। ਪਰ ਮੈਂ ਝੂਠ ਦਾ ਸੰਗ ਕਰ ਬੈਠਾ, ਮੇਰੇ ਅੰਦਰ ਇਹ ਨੁਕਸ ਪੈ ਗਿਆ। ਇਸ ਕਰਕੇ ਦਿਨ ਰਾਤ ਮੈਂ ਸੋਚਦਾ ਕਿ ਮੇਰਾ ਕੀ ਬਣੂਗਾ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਮੈਂ ਗੁਰੂ ਦਾ ਗਿਆਨ ਨਹੀਂ ਲਿਆ, ਮੈਂ ਆਤਮਿਕ ਗਿਆਨ ਨਹੀਂ ਲਿਆ, ਮੈਂ ਸੱਚ ਦੇ ਨਾਲ ਨਹੀਂ ਜੁੜਿਆ, ਮੈਂ ਗੁਰਬਾਣੀ ਦਾ ਸੰਗ ਨਹੀਂ ਕੀਤਾ। ਇਸ ਕਰਕੇ ਮੇਰੇ ਕਰਮ ਆ ਜਿਹੜੇ ਉਹ ਬੁਰੇ ਹੋ ਗਏ। ਜਿਹੜੀ ਮੇਰੀ ਕਿਰਤ ਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਮੇਰਾ ਕਰਮ ਕੁਟਲਤਾ, ਚਾਲਾਂ ਵਾਲਾ ਮੇਰਾ ਮਨ, ਜਿਹੜੇ ਮੇਰੇ ਹੁਣ ਤੱਕ ਦਾ ਜੀਵਨ ਰਿਹਾ, ਇਹ ਕੁਟਲਤਾ ਵਾਲਾ ਰਿਹਾ, ਇਹ ਚਾਲਾਂ ਵਾਲਾ ਰਿਹਾ। ਜਨਮ ਕੋ ਭਾਂਤੀ, ਮੇਰਾ ਜਨਮ ਕਿਸੇ ਭਾਂਤ ਦਾ ਨਹੀਂ ਰਿਹਾ ਹੁਣ ਤੱਕ। ਮੇਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਬੁਰੀ ਹੋ ਗਈ ਸੀ, ਇਸ ਕਰਕੇ ਮੈਂ ਬੁਰਾ ਹੋ ਚੁੱਕਿਆ। ਅੱਜ ਤੱਕ ਮੈਂ ਕੋਈ ਚੱਜ ਦਾ ਕੰਮ ਨਹੀਂ ਕੀਤਾ। ਜਿੰਨਾ ਧਰਮ ਦੇ ਕੰਮ ਕੀਤੇ ਆ, ਚਾਲਾਂ ਨਾਲ ਹੀ ਕੀਤੇ ਆ, ਚਾਲਾਂ 'ਚ ਹੀ ਕੀਤੇ ਆ ਮਹਾਰਾਜ ਸੱਚੇ ਪਾਤਸ਼ਾਹ। ਰਾਮ ਗੁਸਾਈਆਂ ਜੀ ਕੇ ਜੀਵਨਾ, ਮੋਹੇ ਨਾ ਬਸਾਰੋ, ਮੈਂ ਜਨ ਤੇਰਾ ਰਹਾਉ। ਪਰ ਹੁਣ ਮੈਂ ਹਾਰ ਗਿਆ, ਹੁਣ ਮੈਂ ਥੱਕ ਗਿਆ ਹਾਂ। ਹੇ ਮੇਰੇ ਰਮੇ ਹੋਏ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਜੀ ਨੂੰ ਜੀਵਨ ਦੇਣ ਵਾਲੇ, ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਮੈਨੂੰ ਨਾ ਵਿਸਾਰੋ ਜੀ, ਮੈਂ ਤਾਂ ਤੇਰਾ ਜਨ ਹਾਂ, ਮੈਂ ਤਾਂ ਤੇਰਾ ਦਾਸ ਹਾਂ। ਕਿਉਂ ਨਾ ਵਿਸਰੇ ਜੀ? ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਊਂ। ਜੇ ਮੈਂ ਤੈਨੂੰ ਕਹਿਣਾ ਹਾਂ, ਯਾਦ ਰੱਖਦਾ ਹਾਂ, ਤਾਂ ਮੈਂ ਜਿਉਂਦਾ ਹਾਂ ਆਤਮਿਕ ਤੌਰ 'ਤੇ। ਜੇ ਵਿਸਰ ਜਾਂਦਾ ਫਿਰ ਮੈਂ ਗਲਤੀਆਂ ਕਰਦਾ, ਫਿਰ ਮੈਂ ਆਤਮਿਕ ਤੌਰ 'ਤੇ ਮਰ ਜਾਂਦਾ। ਇਸ ਕਰਕੇ ਹਾੜੇ ਮਿੰਨਤ ਵਾਲੀ ਗੱਲ ਆ, ਮੇਰੇ ਗੁਸਾਈਆਂ, ਮੇਰੇ ਮਾਲਕ, ਮੇਰੇ ਪ੍ਰਭੂ, ਮੇਰੇ ਵਾਹਿਗੁਰੂ, ਮੈਨੂੰ ਨਾ ਵਿਸਾਰੋ। ਮੈਂ ਤੇਰੇ ਦਰ 'ਤੇ ਆ ਕੇ ਡਿੱਗ ਪਿਆ ਹਾਂ। ਰਹਾਓ ਮੇਰੀ ਹਰੋ ਬਿਪਤ ਜਨ ਕਰੋ ਸੋ ਭਾਈ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਹੇ ਗੁਰੂ ਜੀ, ਮੇਰੀ ਹਰੋ ਬਿਪਤ,
ਮੇਰੀ ਵਿਪਤਾ ਜਿਹੜੀ ਮੇਰੀ ਸੰਗਤ ਬੁਰੀ ਹੋ ਚੁੱਕੀ ਹੈ, ਜਿਹੜੀ ਮੈਂ ਛੱਡ ਨਹੀਂ ਸਕਦਾ, ਮੇਰੇ ਬਸ ਦਾ ਰੋਗ ਨਹੀਂ, ਮੇਰਾ ਸੁਭਾਅ ਮੇਰੀ ਆਦਤ ਇਹੋ ਜਿਹੀਆਂ ਬਣ ਗਈਆਂ, ਮੈਨੂੰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਮੈਨੂੰ ਪਤਾ ਵੀ ਲੱਗ ਗਿਆ ਮੈਂ ਫਸ ਰਿਹਾ ਹਾਂ, ਪਰ ਮੇਰੇ ਤੋਂ ਸੰਗਤ ਬੁਰੀ ਛੁੱਟਦੀ ਨਹੀਂ। ਮੇਰੇ ਤੇ ਕਿਰਪਾ ਕਰੋ, ਮੇਰੀ ਹਰੋ ਵਿਪਤ, ਮੇਰੀ ਵਿਪਤਾ ਦੇ ਮੇਰੇ ਦੁੱਖਾਂ ਦਾ ਕਾਰਨ ਮੇਰੀ ਬੁਰੀ ਸੰਗਤ ਆ। ਮੈਨੂੰ ਇਹ ਤੋਂ ਛਡਾਓ, ਜਨ ਕਰੋ ਸੋ ਭਾਈ। ਮੈਨੂੰ ਆਪਣੀ ਚੰਗੀ ਸੰਗਤ ਦੇ ਨਾਲ ਰਲਾ ਲਓ, ਮੈਨੂੰ ਮਨਮੁਖਾਂ ਤੋਂ ਛਡਾ ਲਓ, ਮੈਨੂੰ ਗੁਰਮੁਖਾਂ ਦੇ ਨਾਲ ਮਿਲਾ ਦਿਓ, ਮੈਨੂੰ ਆਪਣਾ ਭਾਈ ਬਣਾ ਲਓ, ਮੈਨੂੰ ਆਪਣੇ ਵਾਲੇ ਪਾਸੇ ਲਾ ਲਓ। ਵਾਹਿਗੁਰੂ ਚਰਨ ਨਾ ਛਾਡੂ ਸਰੀਰ ਕਲ ਜਾਏ। ਦੇਖ ਲਾ ਭਾਈ, ਹੋਰ ਕਿਤੇ ਜਾਇਆ ਫਿਰਿਆ, ਫਿਰ ਤੋਂ ਰਾਹ ਹੋਰ ਕਿਤੇ, ਫਿਰ ਨਾ ਕਿਤੇ ਆਏ ਹੋਵੇ ਤੇਰਾ ਮਨ ਇੱਥੇ ਵੀ ਨਾ ਖੜੇ, ਹੋਰ ਕਿਤੇ ਜਾਣਾ ਤਾਂ ਜਾਇਆ। ਨਹੀਂ ਮਹਾਰਾਜ, ਚਰਨ ਨਾ ਛਾਡੂ। ਹੁਣ ਨਹੀਂ ਚਰਨ ਛੱਡਦਾ, ਮੈਂ ਸਾਰਾ ਕੁਝ ਦੇਖ ਲਿਆ। ਸਰੀਰ ਕਲ ਜਾਈ, ਮੇਰੇ ਸਰੀਰ ਦੀ ਕਲਾ ਸੱਤਿਆ ਬਿਸ਼ੱਕ ਚਲੀ ਜਾਵੇ, ਜੇ ਸੌਖੇ ਅਰਥ ਕਰਨੇ ਆ, ਮੇਰਾ ਸਰੀਰ ਭਾਵੇਂ ਮੌਤ ਆ ਜਾਵੇ, ਮੈਂ ਤੇਰੇ ਚਰਨ ਨਹੀਂ ਛੱਡਦਾ। ਕਹੋ ਰਵਿਦਾਸ ਪਰੂ ਤੇਰੀ ਸਾਬਾ। ਕਹੋ ਰਵਿਦਾਸ, ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਹਨ, ਪਰੂ ਤੇਰੀ ਸਾਬਾ, ਤੇਰੀ ਸਭਾ ਦੇ ਵਿੱਚ ਜਿੱਥੇ ਤੇਰੀ ਗੱਲਬਾਤ ਹੁੰਦੀ ਹੈ, ਜਿੱਥੇ ਤੇਰੀ ਜਾਣਕਾਰੀ ਹੈ, ਜਿੱਥੇ ਤੇਰੀ ਵਿਚਾਰ ਹੁੰਦੀ ਹੈ, ਜਿੱਥੇ ਗੁਰਬਾਣੀ ਪੜ੍ਹਨ ਸੁਣਨ ਸਮਝਣ ਨੂੰ ਮਿਲਦੀ ਹੈ, ਜਿੱਥੇ ਪ੍ਰਮਾਤਮਾ ਦੀਆਂ ਗੱਲਾਂ ਹੁੰਦੀਆਂ, ਜਿੱਥੇ ਆਪਣੇ ਨੁਕਸ ਦੱਸੇ ਜਾਂਦੇ ਆ ਕਿ ਆਹ ਨੁਕਸ ਪੈਂਦੇ ਆ ਇਹ ਮਨੁੱਖ ਤੇਰੇ ਅੰਦਰ, ਮੈਨੂੰ ਇਹੋ ਜਿਹੀ ਸਤ ਸੰਗਤ ਦੇ ਵਿੱਚ, ਐਸੀ ਸਭਾ ਦੇ ਵਿੱਚ ਮਿਲਾ ਦਿਓ ਜੀ। ਬੇਗ ਮਿਲੋ ਜਨ ਕਰ ਨਾ ਬਿਲੰਬਾ। ਬੇਗ ਮਿਲੋ, ਮੈਂ ਤੜਫ ਰਿਹਾ ਹਾਂ, ਮੇਰੀ ਪਪੀਹੇ ਵਾਲੀ ਅਵਸਥਾ ਬਣ ਗਈ ਹੈ, ਮੈਂ ਦੁਖੀ ਹਾਂ, ਮੈਂ ਵਿਆਕਲ ਹਾਂ। ਬੇਗ ਮਿਲੋ, ਮੈਂ ਬਾਹਾਂ ਖਿਲਾਰੀ ਖੜਾ ਹਾਂ, ਭੱਜ ਕੇ ਮੈਨੂੰ ਮਿਲ ਲਵੋ ਜਨ। ਮੈਂ ਦਾਸ ਬਣ ਚੁੱਕਿਆ ਹਾਂ, ਮੈਂ ਆਪਣੀ ਗਲਤੀ ਮੰਨ ਚੁੱਕਿਆ ਹਾਂ, ਮੈਂ ਆਪਣੀ ਹਉਮੈ ਹੰਕਾਰ ਛੱਡ ਚੁੱਕਿਆ ਹਾਂ। ਕਰ ਨਾ ਬਿਲੰਬਾ, ਹੁਣ ਨਾ ਦੇਰ ਕਰ, ਹੁਣ ਮੈਨੂੰ ਮਿਲੋ। ਹੁਣ ਜਿਹੜਾ ਮਨੁੱਖ, ਕਿਉਂਕਿ ਸਮਝਾਇਆ ਸਾਨੂੰ ਜਾ ਰਿਹਾ ਨਾ, ਜਿਹੜਾ ਸਿੱਖ ਇਸ ਅਵਸਥਾ ਦੇ ਵਿੱਚ ਆ ਕੇ ਗੁਰੂ ਦੁਆਰੇ ਆਉਂਦਾ ਹੈ ਕਿ ਮੈਨੂੰ ਗਿਆਨ ਦਿਓ, ਮੇਰੀ ਅੰਦਰਲੀ ਤੜਫਣਾ ਖਤਮ ਕਰੋ, ਤੇ ਉਹਨੂੰ ਫਿਰ ਉਹ ਨਾਮ ਦੀ ਦਾਤ ਮਿਲਦੀ ਹੈ। ਤੇ ਜਦੋਂ ਨਾਮ ਦੀ ਦਾਤ ਮਿਲਦੀ ਹੈ, ਫਿਰ ਕੈਸੀ ਅਵਸਥਾ ਬਣ ਜਾਂਦੀ ਹੈ, ਅਗਲੇ ਸ਼ਬਦ ਵਿੱਚ ਸਮਝਾਇਆ। ਭਾਵ ਪਹਿਲਾਂ ਅਸੀਂ ਇੰਨੇ ਵਿਆਕਲ ਹੋਣਾ, ਗੁਰੂ ਹਾਜ਼ਰ ਤੇ ਨਾਜ਼ਰ ਕਹਿੰਦੇ ਆਪਾਂ, ਗੁਰੂ ਕੋਲੇ ਬੈਠ ਕੇ ਗਿਆਨ ਲੈਣਾ, ਗੁਰੂ ਨੂੰ ਹਾਜ਼ਰ ਤੇ ਨਾਜ਼ਰ ਸਮਝਣਾ। ਗੁਰੂ ਜੀ ਸਾਨੂੰ ਗਿਆਨ ਬਖਸ਼ਿਸ਼ ਰਹੇ, ਅਸੀਂ ਤੜਫ ਕਰਨੀ ਹੈ ਕਿ ਇੱਕ ਵੀ ਦਿਨ, ਥੋੜ੍ਹਾ ਸਮਾਂ ਵੀ ਸਾਡਾ ਇਹ ਜਿਹੜਾ ਅਜਾਈ ਨਾ ਲੰਘ ਜਾਵੇ, ਕਿਉਂਕਿ ਅਮੋਲਕ ਹੈ। ਇੱਕ ਵਾਰੀ ਦਾ ਲੰਘਿਆ ਸਮਾਂ ਮੁੜ ਕੇ ਹੱਥ ਆਉਂਦਾ ਨਹੀਂ, ਫੇਰ ਨਹੀਂ ਹੱਥ ਆਉਂਦਾ। ਇੰਨੀ ਤੜਫਣਾ ਹੋ ਜਾਵੇ, ਫਿਰ ਮਨੁੱਖ ਗਿਆਨ ਲੈਂਦਾ, ਫਿਰ ਪੰਜਾਂ ਖੰਡਾਂ ਵਿੱਚ ਦੀ ਸੁਰਤ ਨਿਕਲਦੀ ਹੈ, ਮਨੁੱਖ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ। ਪਹਿਲਾਂ ਧਰਮ ਖੰਡ ਦੇ ਵਿੱਚ ਪ੍ਰਵੇਸ਼ ਕਰਦਾ, ਫਿਰ ਗਿਆਨ ਲੈਂਦਾ, ਗਿਆਨ ਖੰਡ ਦੇ ਵਿੱਚ ਅਵਸਥਾ ਬਣਦੀ ਹੈ ਗਿਆਨ ਖੰਡ ਵਾਲੀ। ਫਿਰ ਗਿਆਨ ਲੈ ਕੇ ਆਪਣੇ ਘਾੜਤ ਘੜਦਾ ਮਨੁੱਖ, ਉਹਨੂੰ ਸ਼ਰਮ ਖੰਡ ਕਹਿੰਦੇ ਆ, ਪ੍ਰੀਖਸ਼ਰਮ ਦਾ ਸ਼ਰਮ ਆ, ਪ੍ਰੀਖਸ਼ਰਮ ਦਾ ਜਿਹੜਾ ਮਿਹਨਤ ਦਾ ਖੰਡ ਆਪਾਂ ਕਹਿੰਦੇ ਆ ਕਿ ਘਾੜਤ ਘੜੀ ਜਾਂਦੀ ਆ, ਉੱਥੇ ਮੁੱਚ ਤੋਂ ਟੇਬਲ ਜਾਂ ਕੁਰਸੀ ਬਣ ਜਾਂਦਾ, ਕੁਝ ਨਾ ਕੁਝ ਘਾੜਤ ਘੜੀ ਜਾਂਦੀ ਹੈ, ਜਿਹੜੀ ਘੜੀ ਹੈ ਸੁਰਤ ਮਤ ਮਨ ਬੁੱਧ। ਫਿਰ ਕੀ ਹੁੰਦਾ, ਆਪ ਸਵਾਰਾ ਹੈ, ਮੈਂ ਮਿਲਿਆ ਹੈ, ਫਿਰ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਕਿਰਪਾ ਤੋਂ ਬਾਅਦ ਮਨੁੱਖ ਸੱਚਖੰਡ ਵਾਸੀ ਹੋ ਜਾਂਦਾ। ਕਰਮਖੰਡ, ਜਿਹੜਾ ਕਰਮਖੰਡ ਤੋਂ ਬਾਅਦ ਬਖਸ਼ਿਸ਼ ਦਾ ਖੰਡ ਆ, ਇਹ ਕਰਮਖੰਡ ਜਦੋਂ ਮਨੁੱਖ ਨੇ ਆਪਣੀ ਘਾੜਤ ਕੱਢ ਲਈ, ਉਦੋਂ ਬਾਅਦ ਕਰਮਖੰਡ ਤੋਂ ਬਾਅਦ ਸੱਚਖੰਡ। ਜਿਉਂਦਿਆਂ ਹੀ ਸੱਚਖੰਡ ਦੇ ਵਿੱਚ ਮਨੁੱਖ ਅੰਦਰੋਂ ਪ੍ਰਵੇਸ਼ ਕਰ ਸਕਦਾ, ਮਰ ਕੇ ਨਹੀਂ। ਗੁਰਬਾਣੀ ਦਾ ਇਹੀ ਬਾਕੀ ਧਰਮਾਂ ਨਾਲੋਂ ਜਾਂ ਬਾਕੀ ਗਿਆਨ ਨਾਲੋਂ ਮੈਨੂੰ ਲੱਗਦਾ ਵੀ ਇਹੀ ਫਰਕ ਹੈ। ਗੁਰਬਾਣੀ ਜਿਉਂਦਿਆਂ ਮੁਕਤ ਕਰਦੀ ਹੈ, ਮਰਨ ਤੋਂ ਬਾਅਦ ਮੋਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਤੇ ਮੁਕਤ ਹੋਏ ਗੁਰਮੁਖ ਬਣੇ ਹੋਏ ਮਨੁੱਖ ਜਿਹੜੇ ਆਪਣੀ ਘਾੜਤ ਘੜ ਲੈਂਦੇ ਆ ਸਬਰੇ ਹੋਏ, ਫਿਰ ਉਹ ਵੱਖਰੇ ਸ਼ਹਿਰ ਦੇ ਵਾਸੀ ਹੋ ਜਾਂਦੇ ਆ,
ਉਹ ਸ਼ਹਿਰ ਕੀ ਹੈ, ਉਹ ਅਸਥਾਨ ਕੀ ਹੈ। ਪਹਿਲਾਂ ਸਾਡੇ ਅੰਦਰ ਤੀਬਰ ਇੱਛਾ ਪੈਦਾ ਕੀਤੀ ਪਹਿਲੇ ਸ਼ਬਦ ਦੇ ਰਾਹੀਂ, ਹੁਣ ਉਹ ਨਿਸ਼ਾਨਾ ਸਮਝਾ ਰਹੇ ਹਨ। ਅਸੀਂ ਮਾਇਆ ਤੋਂ ਉੱਪਰ ਚੌਥੇ ਪਦ ਵਿੱਚ ਉਹ ਸ਼ਹਿਰ ਦੇ ਵਾਸੀ ਬਣਨਾ ਜਿਹੜਾ ਟੌਪ 'ਤੇ ਆ, ਜਿਹੜਾ ਉੱਚਾ, ਜਿਹਦੇ ਨਾਲ ਸੁਰਤੀਆਂ ਬਿਰਤੀਆਂ ਉੱਚੀਆਂ ਹੋ ਜਾਂਦੀਆਂ। ਉਹ ਕੈਸਾ ਤੇ ਕੌਣ ਕੌਣ ਉੱਥੇ ਰਹਿੰਦੇ ਆ, ਕੈਸੇ ਗੁਰਮੁਖ ਪਿਆਰੇ ਆ, ਕੈਸਾ ਆਨੰਦ ਆ, ਉਹਦਾ ਵਰਣਨ ਕੀਤਾ ਜਾ ਰਿਹਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਹੜੇ ਸਤਿਗੁਰੂ ਨਾਲ ਜੁੜ ਜਾਂਦੇ ਆ ਫਿਰ ਪ੍ਰਾਪਤੀ ਕੀ ਹੁੰਦੀ ਹੈ, ਅਤੇ ਆਹ ਜਿਹੜਾ ਸ਼ਹਿਰ ਦੇ ਉਹ ਵਾਸੀ ਹੋ ਜਾਂਦੇ ਹਨ। ਬੇਗਮ ਪੁਰਾ ਸ਼ਹਿਰ ਕੋ ਨਾਉ, ਸ਼ਹਿਰ ਦਾ ਨਾਉ ਆ ਜੀ ਬੇਗਮਪੁਰਾ, ਭਾਵ ਉੱਥੇ ਕੋਈ ਗਮ ਨਹੀਂ, ਆਨੰਦ ਹੀ ਆਨੰਦ ਹੈ। ਇਹ ਹੈ ਤਿੰਨਾਂ ਗੁਣਾਂ ਦੇ ਗਰਭ 'ਚੋਂ ਨਿਕਲ ਕੇ ਜਦੋਂ ਸਤਿਗੁਰ ਕੈ ਜਨਮੈ ਗਬਨ ਮਟਾਇਆ ਵਾਲਾ ਕਾਰਜ ਮਨੁੱਖ ਦਾ ਹੁੰਦਾ ਨਾ, ਉਦੋਂ ਫਿਰ ਇਹ ਸ਼ਹਿਰ ਦਾ ਵਾਸੀ ਬਣ ਜਾਂਦਾ। ਨਿਸ਼ਾਨਾ ਦਿਖਾਉਣਾ ਸਾਨੂੰ ਜਿਹੜਾ ਹੈ ਇਹ ਪਹਿਲਾਂ ਜ਼ਰੂਰੀ ਹੈ, ਕਿਉਂਕਿ ਅਸੀਂ ਸਿਖਿਆਰਥੀ ਹਾਂ, ਅਸੀਂ ਸਿੱਖਿਆ ਲੈਣ ਵਾਲੇ ਹਾਂ, ਅਸੀਂ ਨਵੇਂ ਹਾਂ। ਸਾਨੂੰ ਉਹ ਮੰਜ਼ਿਲ ਜਿੱਥੇ ਪਹੁੰਚਣਾ, ਪਹਿਲੀ ਗੱਲ ਤਾਂ ਇਹ ਹੈ ਸਾਡਾ ਏਮ, ਟੀਚਾ, ਨਿਸ਼ਾਨਾ ਹੋਣਾ ਚਾਹੀਦਾ ਵੀ ਧਰਮੀ ਅਸੀਂ ਬਣੇ ਕਾਹਦੀ ਖਾਤਰ ਹਾਂ। ਪਰਮਾਤਮਾ ਦੀ ਪ੍ਰਾਪਤੀ ਖਾਤਰ ਧਰਮੀ ਬਣੇ ਆ ਤਾਂ ਠੀਕ ਆ, ਜੇ ਮਾਇਆ ਖਾਤਰ ਬਣੇ ਆ ਫਿਰ ਤਿੰਨਾਂ ਗੁਣਾਂ ਦੇ ਵਿੱਚ ਹੀ ਆ। ਜ਼ਿਆਦਾਤਰ ਜਿਹੜਾ ਤਿੰਨਾਂ ਗੁਣਾਂ ਦੇ ਵਿੱਚ ਦੁਨੀਆ ਰਹਿ ਜਾਂਦੀ ਹੈ, ਕੋਈ ਕਰਮਾਂ ਭਾਗਾਂ ਵਾਲਾ ਗੁਰੂ ਦੇ ਲੜ ਲੱਗ ਕੇ ਗੁਰੂ ਦੀ ਕਿਰਪਾ ਦੇ ਨਾਲ ਇਹ ਅਵਸਥਾ ਪ੍ਰਾਪਤ ਕਰਦਾ। ਪ੍ਰਾਪਤ ਕਰ ਅਸੀਂ ਸਾਰੇ ਸਕਦੇ ਹਾਂ, ਸਾਨੂੰ ਮੌਕਾ, ਅਸੀਂ ਧਿਆਨ ਦੇਈਏ ਆਪਣੇ ਵੱਲ, ਧਿਆਨ ਦੇ ਨਾਲ ਸੁਣੀਏ ਵੀ ਉਹ ਕੈਸੀ ਅਵਸਥਾ ਸ਼ਾਇਦ ਸਾਡਾ ਵੀ ਜੀ ਕਰਨ ਲੱਗ ਜਾਵੇ। ਬੇਗਮਪੁਰਾ ਸ਼ਹਿਰ ਕੋ ਨਾਉ, ਉੱਥੇ ਕੋਈ ਗਮ ਨਹੀਂ, ਆਨੰਦ ਹੀ ਆਨੰਦ ਆ। ਸ਼ਹਿਰ ਦਾ ਨਾਉ ਆ, ਚੌਥੀ ਪਦਵੀ ਦਾ ਨਾਉ ਆ, ਉੱਚੇ ਵਿਚਾਰਾਂ ਵਾਲਾ ਹੋ ਜਾਣਾ ਮਨੁੱਖ ਨੇ, ਉਹਦਾ ਸ਼ਹਿਰ ਦਾ ਨਾਉ ਆ ਬੇਗਮਪੁਰਾ। ਦੁੱਖ ਅੰਦੋਹ ਨਹੀਂ ਤੇ ਠਾਓ, ਉੱਥੇ ਫਿਰ ਸੰਸਾਰਕ ਦੁੱਖ ਨਹੀਂ। ਇਹ ਤਿੰਨਾਂ ਗੁਣਾਂ ਦੇ ਵਿੱਚ ਦੁੱਖ ਆ। ਸਾਨੂੰ ਜਿੰਨੇ ਵੀ ਦੁੱਖ ਪੈਂਦੇ ਆ ਇਹ ਤਿੰਨਾਂ ਗੁਣਾਂ ਦੇ ਵਿੱਚ ਆ, ਚੌਥੇ ਪਦ ਵਿੱਚ ਕੋਈ ਦੁੱਖ ਨਹੀਂ, ਕਿਉਂਕਿ ਨਾ ਬੁਰਾ ਕੰਮ ਮਨੁੱਖ ਕਰੇ ਤੇ ਨਾ ਅੰਦਰੋਂ ਦੁੱਖ ਮਿਲੇ। ਦੁੱਖ ਅੰਦੋਹ ਨਹੀਂ ਤੇ ਠਾਓ, ਉੱਥੇ ਜਾ ਕੇ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸ਼ਰਾਮ ਅਵਸਥਾ ਵਿੱਚ ਪਹੁੰਚ ਜਾਂਦਾ। ਦੁੱਖ ਅੰਦੋਹ ਨਹੀਂ, ਉੱਥੇ ਦੁੱਖ ਤਕਲੀਫ ਨਹੀਂ। ਤੇ ਠਾਓ, ਉੱਥੇ ਆਰਾਮ ਹੀ ਆਰਾਮ ਹੈ, ਉੱਥੇ ਸ਼ਾਂਤੀ ਹੀ ਸ਼ਾਂਤੀ ਹੈ, ਉੱਥੇ ਸਹਿਜ ਹੀ ਸਹਿਜ ਹੈ। ਨਾ ਤਸਵੀਸ ਖਿਰਾਜ ਨਾ ਮਾਲ, ਨਾ ਉੱਥੇ ਕੋਈ ਤਸਵੀਸ ਆ, ਕਿਸੇ ਤਰ੍ਹਾਂ ਦਾ ਕੋਈ ਫਿਕਰ ਫਾਕਾ ਕੁਛ ਨਹੀਂ ਰਹਿ ਜਾਂਦਾ ਉਸ ਅਵਸਥਾ ਦੇ ਵਿੱਚ ਪਹੁੰਚ ਕੇ, ਜਦੋਂ ਮਨੁੱਖ ਮੈਂ ਤੋਂ ਤੂੰ ਹੋ ਜਾਂਦਾ ਹੈ। ਨਾ ਤਸਵੀਸ ਖਿਰਾਜ ਨਾ ਮਾਲ, ਨਾ ਕੋਈ ਟੈਕਸ, ਨਾ ਕੋਈ ਕਿਸੇ ਤਰ੍ਹਾਂ ਦਾ ਖਤਰਾ, ਐਨ ਆਨੰਦ ਦਾ ਜੀਵਨ ਮਨੁੱਖ ਜਿਉਂਦਾ। ਕਿਸੇ ਮਾਲ 'ਤੇ ਟੈਕਸ ਨਹੀਂ ਲੱਗਦਾ, ਕਿਸੇ ਉੱਥੇ ਉਹ ਘਰ ਆ ਜਿਹੜਾ ਉਹ ਮੇਰੇ ਪ੍ਰਮਾਤਮਾ ਵਾਹਿਗੁਰੂ ਦਾ ਘਰ ਆ, ਮੇਰੇ ਮਾਲਕ ਦਾ ਘਰ ਆ। ਮੈਂ ਵਿਛੜਿਆ ਹੋਇਆ ਜਦੋਂ ਮਨ ਗੁਰੂ ਦਾ ਲੜ ਫੜ ਕੇ, ਕਿਉਂਕਿ ਗੁਰਬਾਣੀ ਕਿੱਥੇ ਪਹੁੰਚਾ ਜਾਂਦੀ ਹੈ ਨਾ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਮਨ ਮੇਰੇ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਹੜਾ ਗੁਰੂ ਦਾ ਲੜ ਪਕੜ ਲੈਂਦਾ ਘੁੱਟ ਕੇ, ਕਹਿੰਦਾ ਮਰਨੀ ਮਰ ਜੂ, ਪਿੱਛੇ ਕੀ ਗੱਲ ਹੋਈ ਸੀ, ਕਹਿੰਦਾ ਮਰਨੀ ਮਰ ਜੂ, ਮੈਂ ਹੁਣ ਤੇਰਾ ਲੜ ਨਹੀਂ ਛੱਡਦਾ। ਜਿਹੜੇ ਇਸ ਅਵਸਥਾ 'ਚ ਆ ਜਾਂਦੇ ਆ ਫਿਰ ਉਹਨਾਂ ਨੂੰ ਇਹ ਪ੍ਰਾਪਤੀ ਹੁੰਦੀ ਹੈ। ਉਸ ਮਹਿਲ ਦੇ ਵਿੱਚ ਕੋਈ ਟੈਕਸ ਨਹੀਂ, ਕੋਈ ਫਿਕਰ ਨਹੀਂ, ਫਾਕਾ ਨਹੀਂ, ਖੌਫ ਨਾ ਖਤਾ ਨਾ ਤਰਸ ਜਵਾਲ, ਨਾ ਕਿਸੇ ਤਰ੍ਹਾਂ ਦਾ ਖੌਫ
ਨਾ ਖਤੇ ਹੁੰਦੇ ਆ ਪਾਪ। ਅਸੀਂ ਖਤੇ ਬਹੁਤ ਕਮਾਉਂਦੇ, ਆਪਾਂ ਪੜ੍ਹਦੇ ਹਾਂ। ਨਾ ਪਾਪ ਕਮਾਉਂਦਾ ਮਨੁੱਖ ਉੱਥੇ, ਕਿਉਂਕਿ ਅਕਲ ਆ ਜਾਂਦੀ ਹੈ, ਸੁਰਤ ਆ ਜਾਂਦੀ ਹੈ, ਮਰਜ ਹੋ ਜਾਂਦਾ। ਨਾ ਤਰਸ ਜਵਾਲ ਹੁੰਦਾ ਨੀਵਾਂ। ਨਾ ਮਨ ਫਿਰ ਉਤਲੀ ਹਵਾ 'ਚ ਪਹੁੰਚਿਆ ਹੋਇਆ, ਉਸ ਮਹਿਲ 'ਚ ਪਹੁੰਚਿਆ ਹੋਇਆ, 10ਵੇਂ ਦੁਆਰ ਦਾ ਵਾਸੀ ਹੋਇਆ, ਚੌਥੇ ਪਦ ਦਾ ਵਾਸੀ ਹੋਇਆ, ਜਿਹਦੇ ਨੇਤਰ ਖੁੱਲ੍ਹ ਗਏ, ਉਹ ਫਿਰ ਤਰਸ ਜਵਾਲ ਥੱਲੇ ਨੂੰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ ਭਲਾ? ਕਿਉਂਕਿ ਉਹ ਖਤਾ ਨਹੀਂ ਕਰਦਾ। ਖਤਾ ਕੀ ਹੈ? ਉਹ ਪਾਪ। ਉਹ ਝੂਠ ਨਹੀਂ ਬੋਲਦਾ, ਕਿਸੇ ਤਰ੍ਹਾਂ ਦਾ ਪਾਪ ਨਹੀਂ ਕਰਦਾ, ਇਸ ਕਰਕੇ ਥੱਲੇ ਨਹੀਂ ਆਉਂਦਾ। ਥੱਲੇ ਆਉਣ ਦਾ ਖਤਰਾ ਹੀ ਨਹੀਂ ਉਹਦਾ ਰਹਿ ਜਾਂਦਾ, ਉੱਤੇ ਚੜ੍ਹ ਜਾਂਦਾ, ਤਾਂ ਸੁਰਤੀਆਂ ਬਿਰਤੀਆਂ ਉੱਚੀਆਂ ਹੋ ਜਾਂਦੀਆਂ। ਅਬ ਮੋਹੇ ਖੂਬ ਬਤਨ ਗਹਿ ਪਾਏ। ਅਬ ਹੁਣ, ਜਿੰਨਾ ਚਿਰ ਮੈਂ ਉਰੇ ਪਰੇ ਫਿਰਦਾ ਸੀ ਉਹਨਾਂ ਚਿਰ ਗੱਲ ਨਹੀਂ ਬਣੀ, ਉਹਨਾਂ ਚਿਰ ਮੈਨੂੰ ਅੰਦਰ ਦੀ ਸੋਝੀ ਨਹੀਂ ਹੋਈ, ਅੰਦਰ ਦੀ ਜਾਣਕਾਰੀ ਨਹੀਂ ਹੋਈ। ਅਬ ਹੁਣ ਮੈਂ ਸਾਰਾ ਕੁਝ ਛੱਡ ਕੇ ਜਦੋਂ ਗੁਰੂ ਦੀ ਗੁਰਬਾਣੀ ਦੇ ਲੜ ਲੱਗ ਗਿਆ, ਇਹ ਕਹਿ ਗਿਆ ਮੈਂ ਮਰਨੀ ਮਰ ਜਾ, ਮੈਂ ਤੇਰਾ ਦਰ ਨਹੀਂ ਛੱਡਦਾ, ਮੈਂ ਗੁਰਬਾਣੀ ਨੂੰ ਛੱਡ ਕੇ ਉਰੇ ਪਰੇ ਨਹੀਂ ਹੁੰਦਾ। ਹੁਣ ਅਬ ਮੋਹੇ ਖੂਬ ਬਤਨ ਗਹਿ ਪਾਈ। ਹੁਣ ਮੈਨੂੰ ਮੇਰੇ ਗੁਰੂ ਨੇ ਉਸ ਦੇਸ਼ ਦੇ ਵਿੱਚ ਪਹੁੰਚਾ ਦਿੱਤਾ, ਉਸ ਵਤਨ ਦੇ ਵਿੱਚ ਪਹੁੰਚਾ ਦਿੱਤਾ। ਊਹਾਂ ਖੈਰ ਸਦਾ ਮੇਰੇ ਭਾਈ ਰਹਾਉ। ਊਹਾਂ ਜਿੱਥੇ ਅਸੀਂ ਵੀ ਜਾਣਾ, ਅਸੀਂ ਵੀ ਉੱਥੇ ਪਹੁੰਚਣਾ, ਅਸੀਂ ਵੀ ਉਸ ਦੇਸ਼ ਦੇ ਵਾਸੀ ਹੋਣਾ। ਊਹਾਂ ਖੈਰ, ਉੱਥੇ ਸਭ ਦੀ ਖੈਰ ਮੰਗੀ ਜਾਂਦੀ ਹੈ। ਸਦਾ ਮੇਰੇ ਭਾਈ, ਉੱਥੇ ਕੋਈ ਉੱਚਾ ਨੀਵਾਂ ਨਹੀਂ, ਕੋਈ ਵੱਡਾ ਛੋਟਾ ਨਹੀਂ। ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਏਕੋ ਹੈ ਭਾਈ ਸਾਹਿਬ ਮੇਰਾ, ਏਕੋ ਹੈ, ਏਕ ਪਿਤਾ ਏਕ ਸਕੇਹਾ ਮੁਬਾਰਕ। ਉੱਥੇ ਪਹੁੰਚ ਕੇ ਜਦੋਂ ਸੁਰਤੀਆਂ ਬਿਰਤੀਆਂ ਖੁੱਲ੍ਹ ਜਾਂਦੀਆਂ, ਜਦੋਂ ਕੂੜ ਦੀ ਪਾਲ ਟੁੱਟ ਜਾਂਦੀ ਹੈ, ਜਦੋਂ ਤਿੰਨਾਂ ਗੁਣਾਂ ਦੇ ਹਨੇਰੇ 'ਚੋਂ ਮਨੁੱਖ ਦਾ ਮਨ ਨਿਕਲ ਜਾਂਦਾ, ਉਸ ਦੇਸ਼ ਦਾ ਵਾਸੀ ਹੋ ਜਾਂਦਾ, ਉੱਥੇ ਖੈਰ ਹੀ ਖੈਰ ਆ ਮੇਰੇ ਭਰਾਵੋ। ਸਦਾ ਉੱਥੇ ਪਹੁੰਚਣਾ ਸੀ। ਰਹਾਓ ਕਾਇਮ ਦਾਇਮ ਸਦਾ ਪਾਤਸ਼ਾਹੀ। ਭਗਤ ਜੀ ਉੱਥੇ ਵੋਟਾਂ ਵੀ ਪੈਂਦੀਆਂ ਨਹੀਂ ਭਾਈ, ਉੱਥੇ ਵੋਟਾਂ ਦਾ ਰਾਜ ਨਹੀਂ, ਕਿਉਂਕਿ ਜਿੱਥੇ ਵੋਟਾਂ ਪੈਂਦੀਆਂ ਉੱਥੇ ਤਾਂ ਫਿਰ ਗੜਬੜੀ ਹੋ ਜਾਂਦੀ ਹੈ, ਉੱਥੇ ਤਾਂ ਫਿਰ ਉਹ ਦੁਨੀਆਦਾਰੀ ਬਣ ਜਾਂਦੀ ਹੈ। ਉੱਥੇ ਤਾਂ ਸਦਾ ਦਾ ਸੱਚ ਦਾ ਰਾਜ ਆ, ਪਾਤਸ਼ਾਹ ਦਾ ਰਾਜ ਆ, ਵਾਹਿਗੁਰੂ ਦਾ ਰਾਜ ਆ, ਸੱਚ ਦਾ ਰਾਜ ਆ, ਅਕਾਲ ਪੁਰਖ ਦਾ ਰਾਜ ਆ, ਉਹਦੀ ਪਾਤਸ਼ਾਹੀ ਹੈ। ਉੱਥੇ ਸੱਚ ਦਾ ਸੱਚ ਹੀ ਨਿਬੜਦਾ, ਉੱਥੇ ਝੂਠ ਦਾ ਤਾਂ ਮਤਲਬ ਹੀ ਨਹੀਂ। ਕਾਇਮ ਦਾਇਮ ਸਦਾ ਪਾਤਸ਼ਾਹੀ। ਉੱਥੇ ਪਹੁੰਚ ਕੇ ਅਸੀਂ ਵੀ ਪਾਤਸ਼ਾਹ ਬਣ ਸਕਦੇ ਹਾਂ, ਇਹ ਵੀ ਧਿਆਨ ਰੱਖਿਓ, ਕਿਉਂਕਿ ਦੇਵਤੇ ਬਣਾਇਆ ਸਾਨੂੰ ਬਲਿਹਾਰੀ। ਗੁਰ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ। ਦੋਮ ਨਾ ਸੇਮ ਏਕ ਸੁਆਹੀ। ਉੱਥੇ ਦੁਵੈਤ ਤਾਂ ਹੈ ਹੀ ਨਹੀਂ, ਦੂਜਾ ਤਾਂ ਹੈ ਹੀ ਨਹੀਂ, ਮਾਇਆ ਤਾਂ ਹੈ ਹੀ ਨਹੀਂ। ਏਕ ਸੁਆਹੀ, ਇੱਕ ਓਂਕਾਰ ਦੇ ਨਾਲ ਤਾਂ ਹੀ ਸਾਨੂੰ ਜੋੜਿਆ। ਦੁਵੈਤ ਦੋ ਫਾੜ ਹੋਇਆ ਬੀਜ ਕਦੇ ਵੀ ਉਗਦਾ ਨਹੀਂ। ਦੋ ਕਿਸ਼ਤੀਆਂ ਦਾ ਸਵਾਰ ਕਦੇ ਵੀ ਮੰਜ਼ਿਲ 'ਤੇ ਪਹੁੰਚਦਾ ਨਹੀਂ। ਅਸੀਂ ਤਾਂ ਦੋ ਤੋਂ ਬਿਨਾਂ ਪਤਾ ਨਹੀਂ ਕਿੰਨੀਆਂ ਕੁ ਕਿਸ਼ਤੀਆਂ ਬਣਾਈ ਬੈਠੇ ਹਾਂ। ਇਸ ਕਰਕੇ ਇੱਕ ਕਿਸ਼ਤੀ ਵਿੱਚ ਆਈਏ, ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੇ ਜਹਾਜ਼ ਦੇ ਵਿੱਚ ਆਈਏ, ਇੱਕ ਓਂਕਾਰ ਰੱਖੀਏ ਨਿਸ਼ਾਨਾ, ਅੰਦਰ ਨੂੰ ਜਾਈਏ, ਫਿਰ ਇਹ ਜਿਹੜਾ ਰਸਤਾ ਗੁਰੂ ਦੇ ਰਾਹੀਂ ਲੱਭਦਾ। ਉੱਥੇ ਦੋਮ ਨਾ ਸੇਮ ਏਕ ਸੁਆਹੀ, ਉੱਥੇ ਇੱਕੋ ਹੀ ਆ, ਇੱਕ ਦੀ ਗੱਲ ਆ ਭਾਈ। ਆਬਾਦਾਮ ਸਦਾ ਮਸ਼ਹੂਰ। ਉੱਥੇ ਜਿਹੜੇ ਰਹਿੰਦੇ ਆ ਨਾ, ਉੱਥੇ ਕਿਹੇ ਜਿਹੇ ਆ ਭਗਤ ਜੀ? ਕਹਿੰਦੇ ਮਸ਼ਹੂਰ ਲੋਕ ਰਹਿੰਦੇ ਆ। ਕੌਣ ਰਹਿੰਦੇ ਆ ਭਲਾ? ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਮਸ਼ਹੂਰ ਚੰਗੇ ਲੋਕ, ਗੁਣੀ ਲੋਕ, ਉਹ ਬਸਤੀਆਂ ਹੀ ਮਸ਼ਹੂਰਾਂ ਦੀਆਂ। ਮਾੜੇ, ਜਿਵੇਂ ਆਪਾਂ ਕਹਿ ਲਈਏ ਵੀ ਚੰਗੇ ਸ਼ਹਿਰ 'ਚ ਚੰਗੇ ਥਾਂ 'ਤੇ ਮਾੜੇ ਬੰਦੇ ਦਾ ਤਾਂ ਘਰ ਪਾਉਣਾ, ਕੋਠੀ ਪਾਉਣਾ ਹੀ ਮੁਸ਼ਕਿਲ ਆ, ਥਾਂ ਲੈਣਾ ਹੀ ਮੁਸ਼ਕਿਲ ਆ।
ਇਸ ਤਰ੍ਹਾਂ ਜਿਹੜੇ ਆਪਣੇ ਆਪ ਨੂੰ ਸਾਧ ਲੈਂਦੇ ਆ, ਮਸ਼ਹੂਰ ਲੋਕ, ਚੰਗੇ ਲੋਕ, ਗੁਣੀ ਲੋਕ, ਸੰਤ ਮਹਾਤਮਾ ਲੋਕ, ਉਹਨਾਂ ਨੂੰ ਸੰਤ ਮਹਾਤਮਾ ਕਹਿ ਲਓ, ਜਿਹੜੇ ਉੱਥੇ ਪਹੁੰਚ ਜਾਂਦੇ ਆ। ਬੜੀ ਪਹੁੰਚਿਆ ਹੋਇਆਂ ਦੀ ਆਬਾਦੀ ਆ। ਉਹ ਆਬਾਦੀ ਦੇ ਵਿੱਚ ਜਿਹੜਾ ਬਹੁਤ ਥਾਵਾਂ ਤੋਂ ਦੀ ਲੰਘ ਕੇ ਉੱਪਰ ਉੱਠ ਖੜਦਾ, ਉਹ ਜਿਹੜਾ ਆਪਣੀ ਘਾੜਤ ਕੱਢ ਲੈਂਦਾ, ਚੰਗਾ ਗੁਰਮੁਖ ਬਣ ਜਾਂਦਾ, ਮਸ਼ਹੂਰ ਬਣ ਜਾਂਦਾ, ਅੰਦਰੋਂ ਬਾਹਰੋਂ ਨਹੀਂ। ਉਹ ਜਿਹੜੇ ਆ ਆਬਾਦਾਨ, ਉਹਨਾਂ ਦੀ ਆਬਾਦੀ ਆ ਉੱਥੇ, ਚੰਗੇ ਲੋਕਾਂ ਦੀ। ਊਹਾਂ ਗਨੀ ਬਸੈ ਮਾਮੂਰ, ਊਹਾਂ ਉੱਥੇ ਆ ਜਿਹੜੇ, ਉੱਥੇ ਗਿਣਤੀ ਕਿੰਨਾਂ ਦੀ ਹੈ? ਬਸੈ ਮਾਮੂਰ। ਮਾਮੂਰ ਹੁੰਦਾ ਦਿਲ ਦੇ ਰਾਜੇ, ਰੱਜੇ ਹੋਏ ਲੋਕ, ਜਿਨ੍ਹਾਂ ਦੀ ਸਾਰੀ ਮਾਇਆ ਦੀ, ਸਾਰੇ ਕਾਸੇ ਦੀ ਭੁੱਖ ਮਿਟ ਜਾਂਦੀ ਹੈ। ਰੱਜੇ ਹੋਏ ਲੋਕ ਜਿਹੜੇ ਨਾਮ ਨਾਲ ਰੱਜ ਲੈਂਦੇ ਆ, ਆਤਮਿਕ ਭੁੱਖ ਆਪਣੀ ਪੂਰੀ ਕਰ ਲੈਂਦੇ ਆ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਬਾਹਰਲੀ ਭੁੱਖ ਨਹੀਂ ਪੂਰੀ ਹੁੰਦੀ। ਇਹ ਜਿਹੜੇ ਨਾਮ ਨਾਲ, ਜਿਹੜੇ ਉਹਦੇ ਗਿਆਨ ਨਾਲ ਭੁੱਖ ਪੂਰੀ ਕਰ ਲੈਂਦੇ ਆ, ਦਿਲ ਦੇ ਰਾਜੇ, ਦੇਵਤੇ, ਰੱਜੇ ਹੋਏ ਗੁਰਮੁਖ, ਉਹ ਵਸਦੇ ਆ ਉੱਥੇ ਭਾਈ। ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ। ਫਿਰ ਉੱਥੇ ਜਿਹੜਾ ਪਹੁੰਚ ਜਾਂਦਾ, ਜਿਹੜਾ ਪਾਸ ਹੋ ਜਾਂਦਾ, ਕਿਉਂਕਿ ਐਂ ਹੀ ਹੈ ਨਾ, ਜਿਵੇਂ ਬਾਹਰੋਂ ਪੜ੍ਹਦਾ ਬੱਚਾ ਪਹਿਲਾਂ ਪੜ੍ਹਨ ਲੱਗਦਾ, ਫਿਰ ਅਖੀਰ ਦੇ ਵਿੱਚ ਜਾਂ ਨੇਵੀ 'ਚ ਹੋ ਜਾਂਦਾ, ਐਂ ਕਹਿ ਲਈਏ, ਜਦੋਂ ਫਿਰ ਨਵੇਂ ਥਾਂ 'ਤੇ ਪਿੰਡ 'ਚੋਂ ਉੱਠ ਕੇ ਜਾਂਦਾ ਬੱਚਾ ਸਾਡਾ, ਜਾਂ ਬਾਹਰ ਕਿਤੇ ਚਲਿਆ ਜਾਂਦਾ ਆਈਲੈਟਸ ਕਰਕੇ, ਫਿਰ ਅੱਖਾਂ ਖੁੱਲ੍ਹ ਜਾਂਦੀਆਂ ਵੀ ਬੱਲੇ ਬੱਲੇ ਬੱਲੇ, ਉਹ ਦੇਸੀ ਜਿਹੇ ਬੰਦਿਆਂ ਨੂੰ ਇੱਥੇ ਪਹੁੰਚਾਤਾ ਮਹਾਰਾਜ ਨੇ। ਇਸੇ ਤਰ੍ਹਾਂ ਇਹ ਅੰਦਰਲੀ ਜਿਹੜੀ ਹੈ ਕਿਰਿਆ ਹੁੰਦੀ ਹੈ, ਇਹ ਹੈ ਮਿਹਨਤ ਦਾ ਕੰਮ ਆ। ਇਹ ਗੱਲ ਪੰਗਾ ਇਹ ਹੈ ਵੀ, ਪੰਗਾ ਕਹਿ ਲਈਏ ਜਾਂ ਇਹ ਸੱਚ ਕਹਿ ਲਈਏ, ਵੀ ਉਹ ਅੰਤਰਜਾਮੀ ਆ, ਉਹ ਅੰਦਰ ਦੀਆਂ ਜਾਣਦਾ ਵੀ ਕਿੰਨੇ % ਕੀ ਹੈ। ਬਸ ਉਹ ਸਾਰਾ ਕੁਝ ਮਨੁੱਖ ਦਾ ਜਾਣਦਾ। ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ। ਜਿਹੜੇ ਉਹ ਮਹਿਲ ਦੇ ਵਿੱਚ ਪਹੁੰਚ ਜਾਂਦੇ ਆ, ਗੁਰੂ ਛੱਡਿਆਉਂਦਾ ਉਸ ਮਹਿਲ ਦੇ ਵਿੱਚ, ਗੁਰੂ ਸਵਾਰ ਕੇ ਪਿਤਾ ਦੇ ਮਹਿਲ ਦੇ ਵਿੱਚ ਛੱਡਿਆਉਂਦਾ ਨਾ, ਜਿਉਂ ਜਿਉਂ ਸੈਲ ਕਰਦੇ ਆ, ਫਿਰ ਉਹ ਟਹਿਲਦੇ ਆ ਆਰਾਮ ਦੇ ਨਾਲ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ। ਜਿਉਂ ਜਿਉਂ ਸੈਲ ਕਰਹਿ ਤਿਉਂ ਤਿਉਂ ਸੈਲ ਕਰਹਿ ਜਿਉਂ ਭਾਵੈ। ਉਹ ਸੈਰ ਕਿਹੜੀ ਆ? ਸਰੀਰਕ ਨਹੀਂ, ਉਹ ਅੰਦਰਲੀ ਸੈਰ ਆ ਵੀ ਉਹਨੂੰ ਭਾ ਜੀਏ। ਹੋਰ ਕਦਮ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਉਹ ਸੈਲ ਕਰਦੇ ਆ, ਉਹ ਮਨ ਉਸ ਅਵਸਥਾ ਦੇ ਵਿੱਚ ਪਹੁੰਚਦੇ ਆ, ਉਹ ਗੁਰੂ ਦੇ ਨਾਲ ਜੁੜਦੇ ਆ, ਨਾਮ ਦੇ ਨਾਲ ਜੁੜਦੇ ਆ, ਉਹ ਅੰਦਰਲੀ ਸੈਰ ਕਰਦੇ ਆ ਵੀ ਭਾ ਜੀਏ, ਅਸੀਂ ਹੋਰ ਭਾ ਜੀਏ, ਹੋਰ ਨੇੜੇ ਹੋ ਜੀਏ। ਇਸ ਤਰ੍ਹਾਂ ਉਹਦੇ ਮਹਿਲ ਦੇ ਵਿੱਚ ਇਸ ਤਰ੍ਹਾਂ ਹੁੰਦਾ ਭਾਈ। ਮਹਿਰਮ ਮਹਿਲ ਨਾ ਕੋ ਅਟਕਾਵੈ। ਭਗਤ ਜੀ ਉੱਥੇ ਕੋਈ ਰੋਕਦਾ ਤਾਂ ਨਹੀਂ, ਕੋਈ ਰੁਕਾਵਟ ਤਾਂ ਨਹੀਂ ਲੱਗਦੀ, ਕੋਈ ਬੈਰੀਕੇਡ ਤਾਂ ਨਹੀਂ ਲੱਗਦੇ? ਭਗਤ ਰਵਿਦਾਸ ਜੀ ਕਹਿੰਦੇ ਨਾ, ਉਹ ਤਾਂ ਮੇਰੇ ਮਹਿਰਮ ਦਾ, ਉਹ ਤਾਂ ਮੇਰੇ ਮਾਲਕ ਦਾ। ਮਹਿਰਮ ਦਿਲਾਂ ਦੇ ਮਾਹੀ, ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ, ਮਹਿਰਮ ਦਾ ਅਰਥ ਹੁੰਦਾ ਜਾਣ ਪਛਾਣ ਵਾਲਾ। ਮੈਂ ਮਾਲਕ, ਮੇਰੇ ਉਹਦਾ ਮਹਿਲ ਆ, ਮੇਰੇ ਮਹਿਰਮ ਦਾ ਮਾਲਕ ਦਾ, ਮੇਰੇ ਦਾ ਮਹਿਲ ਆ। ਨਾ ਕੋ ਟਕਾਵੈ। ਨਹੀਂ ਭਾਈ, ਉੱਥੇ ਜਿਹੜੇ ਪਹੁੰਚ ਜਾਂਦੇ ਆ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ, ਕੋਈ ਨਹੀਂ ਰੋਕਦਾ, ਕਿਉਂਕਿ ਉਹ ਮਾਲਕ ਦੇ ਪੁੱਤਰ ਆ, ਆਪਦੇ ਪਿਓ ਦੇ ਮਾਲਕ ਦੇ ਮਹਿਲ ਦੇ ਵਿੱਚ ਸੈਰ ਕਰਦੇ ਆ ਭਾਈ। ਕਹਿ ਰਵਿਦਾਸ ਖਲਾਸ ਚਮਾਰਾ। ਪਰ ਪਹੁੰਚਦੇ ਉਹ ਆ ਜਿਹੜੇ ਤਿੰਨਾਂ ਗੁਣਾਂ ਦੇ ਖੇਲ ਨੂੰ ਖਤਮ ਕਰਕੇ ਆਤਮਿਕ ਜਨਮ ਲੈ ਲੈਂਦੇ ਆ। ਗੁਰੂ ਦੇ ਲੜ ਲੱਗਦੇ ਆ ਪਹਿਲਾਂ, ਫਿਰ ਸਾਧਨਾ ਕਰਦੇ ਆ, ਫਿਰ ਸਤਿਗੁਰ ਕਾ ਜਨਮੈ ਗਬਨ ਮਟਾਇਆ ਵਾਲਾ ਕਾਰਜ ਹੁੰਦਾ। ਉਹ ਸੱਚਖੰਡ ਵਾਸੀ ਬਣ ਜਾਂਦੇ ਆ ਮਿਹਨਤ ਕਰਕੇ, ਤੇ ਉਹ ਮਾਇਆ ਵਾਲੇ ਪਾਸਿਓਂ ਖਲਾਸ ਹੋ ਜਾਂਦੇ ਆ, ਉੱਪਰ ਹੋ ਜਾਂਦੇ ਆ। ਮਾਇਆ ਦੀ ਖਿੱਚ ਉਹਨਾਂ ਨੂੰ ਨਹੀਂ ਰੋਕਦੀ, ਨਹੀਂ ਤਾਂ ਜ਼ਿਆਦਾਤਰ ਸਾਨੂੰ ਮਾਇਆ ਦੀ ਖਿੱਚ ਹੀ ਰੋਕ ਲੈਂਦੀ ਹੈ। ਕਹਿ ਰਵਿਦਾਸ ਖਲਾਸ ਆ, ਨਿਬੜ ਜਾਂਦਾ। ਉੱਥੇ ਜਾ ਕੇ ਖਲਾਸ, ਖੇਲ ਖਤਮ, ਚਮਾਰਾ, ਚੰਮ ਨੂੰ ਮਾਰ ਲੈਂਦੇ ਆ। ਪਹਿਲੀ ਗੱਲ ਤਾਂ ਇਹ ਆ ਵੀ ਭਗਤ ਜੀ ਆਪਣੀ ਜਾਤ ਨਹੀਂ ਲੁਕੋ ਰਹੇ, ਕਿਉਂਕਿ ਜਦੋਂ ਗਿਆਨ ਆ ਚਮਾਰਾ ਭਾਈ, ਬੜਾ ਲੋਕਾਂ ਨੇ ਪਰੇਸ਼ਾਨ ਕੀਤਾ। ਪਰ ਆਤਮਿਕ ਗਿਆਨ ਨਹੀਂ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਿੰਨੇ ਚੰਗੇ ਲੱਗੇ ਹੋਣਗੇ, ਉਹਨਾਂ ਨੇ ਬੁੱਕਲ ਦੇ ਵਿੱਚ ਬਿਠਾ ਲਿਆ। ਤੇ ਦੂਜਾ ਭਾਈ ਜਿਹੜੇ
ਮਹਾਂਪੁਰਖ ਹੁੰਦੇ ਆ, ਉਹਨਾਂ ਦੀ ਜਿਹੜੀ ਬਾਣੀ ਹੈ ਨਾ, ਜਿਹੜੀ ਇਹ ਬਾਣੀ ਇਹ ਬਹੁਤ ਪਾਸਿਆਂ ਨੂੰ ਚੱਲ ਜਾਂਦੀ ਹੈ। ਚਮਾਰਾ ਦਾ ਅਰਥ ਇਹ ਵੀ ਹੋ ਸਕਦਾ ਕਿ ਜਿਹੜੇ ਚੰਮ ਨੂੰ ਮਾਰ ਕੇ ਉੱਪਰ ਉੱਠ ਖੜ੍ਹਦੇ ਹਨ, ਭਾਵ ਸਰੀਰਾਂ ਤੋਂ ਉੱਪਰ ਉੱਠ ਖੜ੍ਹਦੇ ਹਨ। ਜੇ ਆਪਾਂ ਐਂ ਦੇਖੀਏ ਨਾ ਚਮਿਆਰ, ਆਪਾਂ ਸਾਰੇ ਹੀ ਬਣ ਜਾਵਾਂਗੇ ਗੁਰਮੁਖ ਪਿਆਰਿਓ। ਜੇ ਸਹੀ ਦੇਖੀਏ, ਸਹੀ ਕੀ ਹੈ? ਚੱਚਾ, ਚੱਚੇ ਤੋਂ ਅਰਥ ਹੈ ਚਮੜੀ। ਦੂਜਾ ਅੱਖਰ ਹੈ ਮਮਾ, ਮਮੇ ਤੋਂ ਅੱਖਰ ਹੈ ਮਾਸ। ਤੀਜਾ ਅੱਖਰ ਹੈ ਆੜਾ, ਆੜੇ ਤੋਂ ਭਾਵ ਹੈ ਆਂਦਰਾਂ। ਚੌਥਾ ਅੱਖਰ ਹੈ ਰਾਰਾ, ਰਾਰੇ ਤੋਂ ਭਾਵ ਹੈ ਰਕਤ ਲਹੂ। ਸਾਰੇ ਹੋ ਗਏ ਨਾ ਚਮਿਆਰ। ਚਮਾਰਾ, ਚੰਮ ਨੂੰ ਮਾਰ ਕੇ ਉੱਪਰ ਹੋ ਜਾਣਾ, ਕਿਉਂਕਿ ਉੱਪਰਲੀਆਂ ਸੁਰਤੀਆਂ ਬਿਰਤੀਆਂ ਦੀ ਗੱਲ ਚੱਲ ਰਹੀ ਹੈ ਨਾ। ਖਲਾਸ ਹੋ ਜਾਣਾ, ਇਹ ਜਿਹੜਾ ਸਰੀਰਾਂ ਤੋਂ, ਤਿੰਨਾਂ ਗੁਣਾਂ ਦੀ ਮਾਇਆ ਤੋਂ ਖਲਾਸ ਹੋ ਕੇ ਉੱਪਰ ਉੱਠ ਖੜਨਾ। ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਇੱਥੇ ਆ ਕੇ ਫਿਰ ਜਿਹੜਾ ਗੁਰਮੁਖ ਦਾ ਤੇ ਮਨਮੁਖ ਦਾ ਇੱਥੇ ਐਨ ਦੁਫਾੜ ਹੋ ਜਾਂਦਾ ਕੰਮ। ਜੋ ਹਮ ਸ਼ਹਿਰੀ, ਜੋ ਸਮਝਾਈ ਆ ਉੱਤੇ ਸਾਰੀ ਗੱਲ, ਜਿਹੜਾ ਇਸ ਸ਼ਹਿਰ ਦਾ ਵਾਸੀ ਹੋਣਾ ਚਾਹੁੰਦਾ ਹੈ ਸੋ ਮੀਤ ਹਮਾਰਾ, ਉਹ ਮੇਰਾ ਮਿੱਤਰ ਬਣ ਜਾਵੇ। ਜਿਹੜਾ ਇਸ ਆਨੰਦ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਉਹ ਮੇਰਾ ਮਿੱਤਰ ਬਣ ਜਾਵੇ। ਕੀ ਭਾਵ? ਭਾਵ ਉਹ ਗੁਰੂ ਦੇ ਨਾਲ ਜੁੜ ਜਾਵੇ, ਗੁਰਬਾਣੀ ਦੇ ਨਾਲ ਜੁੜ ਜਾਵੇ। ਗੁਰਬਾਣੀ ਨੇ ਸਵਾਰ ਕੇ ਉਹਨੂੰ ਪ੍ਰਮਾਤਮਾ ਦੇ ਨਾਲ ਜੋੜ ਦੇਣਾ। ਸਾਰੇ ਹੀ ਅਸੀਂ ਇਹ ਕਾਰਜ ਕਰ ਸਕਦੇ ਹਾਂ। ਸੋ 2 ਸ਼ਬਦ ਸੀ ਇਹ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ। ਪਹਿਲੇ ਸ਼ਬਦ ਦੇ ਵਿੱਚ ਇਹ ਸਮਝਾਇਆ ਸਾਨੂੰ ਵੀ ਸਾਡੀ ਤੀਬਰ ਇੱਛਾ ਚਾਹੀਦੀ ਹੈ ਗਿਆਨ ਲੈਣ ਦੀ, ਪਹਿਲੀ ਇਹ ਹੈ। ਦੂਜਾ ਵੀ ਅਸੀਂ ਧਰਮੀ ਬਣਨਾ, ਤੇ ਕਾਹਦੇ ਵਾਸਤੇ ਬਣਨਾ? ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਤੇ ਪਰਮਾਤਮਾ ਕਿੱਥੇ ਆ? ਵਾਹਿਗੁਰੂ ਕਿੱਥੇ ਆ? ਸਾਡੇ ਅੰਦਰ। ਤੇ ਸਾਡੀ ਸੰਗਤ ਮਾੜੀ ਹੋਣ ਕਰਕੇ ਸਾਡੇ ਮਨ ਆ ਜਿਹੜੇ ਬੁਰੇ ਹੋ ਚੁੱਕੇ ਆ। ਬੁਰੇ ਮਨ ਨੂੰ ਲਿਆ ਕੇ ਸਿੱਟ ਕੇ ਗੁਰੂ ਦੇ ਅੱਗੇ ਗੁਰੂ ਤੋਂ ਚੰਗਾ ਮਨ ਲਿਜਾ ਸਕਦੇ ਹਾਂ। ਇਹ ਸਾਡਾ ਕਾਰਜ ਹੈ। ਜਦੋਂ ਚੰਗਾ ਮਨ ਬਣ ਗਿਆ ਫਿਰ ਉਹ ਆਨੰਦਿਤ ਅਵਸਥਾ ਦੇ ਵਿੱਚ ਮਨੁੱਖ ਪਹੁੰਚ ਸਕਦਾ। ਜੋ ਬਾਕੀ ਦੇ ਧਰਮ ਹੋਰ ਸਾਧਨਾਵਾਂ ਦੇ ਨਾਲ ਆਪਣੀ ਸੁਰਤ ਨੂੰ ਉੱਚੀ ਕਰਦੇ ਹੋਣਗੇ, ਜਾਂ ਕਰਦੇ ਸੀ, ਜਾਂ ਕਰਦੇ ਹਨ, ਸਿੱਖਾਂ ਨੂੰ ਉਹ ਸਾਰਾ ਕੁਝ ਗੁਰਬਾਣੀ ਦੇ ਵਿੱਚੋਂ ਹੀ ਮਿਲਦਾ। ਸਾਰੀਆਂ ਸੁਰਤੀਆਂ ਬਿਰਤੀਆਂ ਉੱਚੀਆਂ ਗੁਰਬਾਣੀਓ ਹੀ ਕਰ ਦਿੰਦੀ ਹੈ। ਗੁਰਬਾਣੀ ਦੀ ਰਚਨਾ ਹੀ ਇੰਨੇ ਸੁੰਦਰ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੀਤੀ ਆ। ਜੇ ਕਿਤੇ ਐਂ ਪੜ੍ਹ ਕੇ ਇਕੱਲਾ ਨਹੀਂ ਵਿਚਾਰਦੇ ਜਾਈਏ ਤਾਂ ਇਹ ਸੁਰਤ ਐਂ ਉੱਪਰ ਕਰਦੀ ਜਾਂਦੀ ਹੈ। ਆਖਰ ਜੈਜਾਬੰਤੀ ਰਾਗ ਆ। ਜੈਜਾਬੰਤੀ ਰਾਗ ਦਾ ਭਾਵ ਉਦੋਂ ਵੱਜਦਾ, ਕਹਿੰਦੇ ਜਦੋਂ ਰਾਜਿਆਂ ਦਾ ਰਾਜਾ ਕੋਈ ਆ ਜਾਂਦਾ। ਤੇ ਜਦੋਂ ਫਿਰ ਇਹ ਜਿਹੜਾ ਪਹਿਲਾ ਰਾਗ ਆ ਇਹ ਸ੍ਰੀ ਰਾਗ ਆ, ਇਹ ਹਨੇਰੇ ਦਾ ਰਾਗ ਆ। ਤੇ ਗੁਰੂ ਦਾ ਅਰਥ ਕੀ ਹੈ? ਗੂ ਹਨੇਰਾ ਤੇ ਰੂ ਚਾਨਣ। ਸ੍ਰੀ ਰਾਗ ਤੋਂ ਸ਼ੁਰੂ ਹੋ ਕੇ ਜਦੋਂ ਜੈਜਾਬੰਦੀ ਰਾਗ ਤੱਕ ਪਹੁੰਚਦਾ, ਮਨੁੱਖ ਧਿਆਨ ਨਾਲ ਗੁਰਬਾਣੀ ਨੂੰ ਪੜ੍ਹਦਾ, ਸੁਣਦਾ, ਸਮਝਦਾ ਤੇ ਆਪਣੇ ਤੇ ਟਿਕਾਉਂਦਾ, ਅੰਦਰ ਫਿਰ ਨਗਾਰੇ ਵੱਜ ਜਾਂਦੇ ਆ। ਫਿਰ ਉਹ ਗੁਰਮੁਖ ਦੀ ਅਵਸਥਾ ਪ੍ਰਾਪਤ ਕਰ ਲੈਂਦਾ। ਉਹ ਜਿਉਂਦਾ ਹੀ ਮੁਕਤ ਹੋ ਜਾਂਦਾ। ਫਿਰ ਉਹਨੂੰ ਕਿਸੇ ਪਖੰਡਵਾਦ ਦੀ ਲੋੜ ਨਹੀਂ ਰਹਿੰਦੀ। ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਬਹੁਤ ਵੱਡਾ ਗਿਆਨ ਇਹ ਸਾਡਾ ਗੁਰਬਾਣੀ ਦੇ ਵਿੱਚ ਮਾਫ ਕਰਨਾ ਲੁਕਿਆ ਪਿਆ। ਇਹਨੂੰ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ, ਆਪਣੇ ਆਪ 'ਤੇ ਟੁਕਾਈਏ ਤੇ ਬੇਗਮਪੁਰੇ ਦੇ ਵਾਸੀ ਬਣੀਏ। ਹੋਈਆਂ ਭੁੱਲਾਂ ਗਲਤੀਆਂ ਤੇ ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।